ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ, ਕਿ ਕਰੇ ਗੋ ਅੱਗੇ ਜਾਏ। ਗਿਆਨੀ ਹੋਏ ਸੋਚੇ ਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਏਥੈ ਕਮਾਵੈ ਸੋ ਮਿਲੈ, ਅੱਗੇ ਪਾਏ ਜਾਏ। ਮਹੱਲਾ ਤੀਜਾ। ਧੁਰ ਖਸਮੈ ਕਾ ਹੁਕਮ ਪਿਆ, ਬਿਨ ਸਤਿਗੁਰ ਚਿਤਿਆ ਨਾ ਜਾਏ। ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵਲਾਏ। ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ। ਜਨਮ ਮਰਨ ਕਾ ਭੋਗਿਆ, ਜੀਵਨ ਪਦਵੀ ਪਾਏ। ਨਾਨਕ ਇਹ ਮਰਤਬਾ ਤਿਸਨੂੰ ਦੇ, ਜਿਸਨੂੰ ਕਿਰਪਾ ਕਰੇ ਰਜਾਏ। ਪੌੜੀ। ਆਪੇ ਦਾਨਾ ਬੀਨਿਆ, ਆਪੇ ਪ੍ਰਧਾਨਾ, ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ। ਆਪੇ ਮੋਨੀ ਵਰਤਦਾ, ਆਪੇ ਕਥੈ ਗਿਆਨਾ। ਕੌੜਾ ਕਿਸੈ ਨ ਲੱਗਈ, ਸਭਨਾ ਹੀ ਭਾਨਾ। ਉਸਤਤ ਵਰਨ ਨ ਸਕੀਆ, ਸਦ ਸਦ ਕੁਰਬਾਨਾ। ਉਸਤਤ ਵਰਨ ਨ ਸਕੀਆ, ਸਦ ਸਦ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਗੁਰੂ ਮਹਾਰਾਜ ਜੀ ਦੀ ਬੜੀ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਨਸੀਬ ਹੋਏ ਨੇ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਇਹ ਪਾਵਨ ਸ਼ਬਦ ਬਿਹਾਗੜੇ ਦੀ ਵਾਰ ਦਾ 19ਵਾਂ ਸ਼ਬਦ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 555 ਤੋਂ ਆਰੰਭ ਹੋ ਕੇ 556 'ਤੇ ਸੰਪੂਰਨ ਹੈ। ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ। ਸ਼ਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ। ਹਉਮੈ ਦਾ ਬੜਾ ਭਾਰੀ ਭਿਆਨਕ ਰੋਗ ਹੈ। ਸੋ ਇਸ ਸੰਸਾਰ ਦੇ ਵਿੱਚ ਹਉਮੈ ਨੇ ਹੀ ਸਾਰੇ ਮਾਰੇ ਪਏ ਨੇ। ਹਉਮੈ ਦੀਆਂ ਸਾਰੀਆਂ ਲੜਾਈਆਂ ਨੇ। ਹਉਮੈ ਕਰਕੇ ਹੀ ਇਹ ਮਰ ਰਿਹਾ ਹੈ ਅਤੇ ਮਰਦਾ ਜਾ ਰਿਹਾ ਹੈ। ਸੋ ਜਿਸ ਦੀ ਖਾਤਰ ਇਹ ਮਰਦਾ ਅਤੇ ਉਹ ਇਹਦਾ ਨਹੀਂ ਬਣਦਾ। ਮਾਇਆ ਦੀ ਖਾਤਰ ਲੜਦਾ ਮਰਦਾ ਅਤੇ ਮਾਇਆ ਇਹਦੀ ਨਹੀਂ ਬਣਦੀ। ਹਉਮੈ ਕਰਦਾ ਮੇਰੀ ਮਾਇਆ, ਹਉਮੈ ਕਰਦਾ ਹੈ। ਸੋ ਉਹ ਹਉਮੈ ਕਰਨ ਕਰਕੇ ਅਤੇ ਇਹਦਾ ਫਿਰ ਇਹਦੀ ਦੂਰੀ ਪਰਮੇਸ਼ਰ ਨਾਲ ਵੀ ਬਣ ਜਾਂਦੀ ਹੈ। ਜਿਉਂ-ਜਿਉਂ ਹਉਮੈ ਕਰਦਾ ਤਿਉਂ-ਤਿਉਂ ਪਰਮਾਤਮਾ ਤੋਂ ਦੂਰੀ ਇਹਦੀ ਬਣ ਜਾਂਦੀ। ਜਦੋਂ ਰੱਬ ਤੋਂ ਦੂਰੀ ਬਣਦੀ ਫਿਰ ਸਾਰੇ ਵਿਕਾਰ ਇਸ ਨੂੰ ਘੇਰ ਲੈਂਦੇ ਨੇ। ਇਸ ਕਰਕੇ ਅਧਿਆਤਮਕ ਮੌਤ ਵੀ ਮਰਿਆ ਹੁੰਦਾ ਹੈ ਹਉਮੈ ਕਰਨੇ ਵਾਲਾ। ਅੰਦਰੋਂ ਕਿੱਥੇ ਜੀਉਂਦਾ, ਅੰਦਰੋਂ ਤਾਂ ਜਾਗਦਾ ਹੀ ਨਹੀਂ, ਅੰਦਰੋਂ ਤਾਂ ਮੁਰਦਾ ਹੋਇਆ ਹੁੰਦਾ। ਸੋ ਭਾਵ ਮਨ ਦੇ ਵਿੱਚ ਅਸ਼ਾਂਤੀ ਬਣੀ ਰਹਿੰਦੀ ਹੈ, ਡੋਲਦਾ ਰਹਿੰਦਾ, ਫਿਕਰਾਂ 'ਚ ਪਿਆ ਰਹਿੰਦਾ। ਸੋ ਇਹ ਅੰਦਰੋਂ ਹੀ ਇਹ ਮਰਨਾ ਹੁੰਦਾ ਹਉਮੈ ਕਰਕੇ। ਸੋ ਹਉਮੈ ਸਾਰੇ ਸੰਸਾਰ ਨੂੰ ਰੋਗ ਵਿਆਪ ਰਿਹਾ ਹੈ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ, ਕਿ ਕਰੇ ਗੋ ਅੱਗੇ ਜਾਏ। ਜਿੰਨਾ ਚਿਕਰ ਇਸ ਸਰੀਰ ਦੇ ਵਿੱਚ ਸਾਹ ਹੈ ਓਨਾ ਚਿਕਰ ਤਾਂ ਚੇਤੇ ਨਹੀਂ ਕਰਦਾ ਰੱਬ ਨੂੰ। ਜਦੋਂ ਸਾਹ ਮੁੱਕ ਜਾਂਦੇ ਨੇ ਅਤੇ ਰੱਬ ਚੇਤੇ ਨਹੀਂ ਕੀਤਾ। ਨਾਮ ਦਾ ਧਨ ਕੋਲ ਨਹੀਂ ਹੁੰਦਾ। ਧਨ ਤੋਂ ਹੀਣਾ ਹੋਣ ਕਰਕੇ ਜਾਮੇ ਨੂੰ ਰਾਸਤੇ ਵਿੱਚ ਵੀ ਤੰਗ ਕਰਦੇ ਨੇ, ਦਰਗਾਹ ਵਿੱਚ ਵੀ ਲੇਖਿਆਂ ਤੋਂ ਖਲਾਸੀ ਨਹੀਂ ਹੁੰਦੀ। ਕੀ ਕਰੇਗਾ? ਜੇ ਕੋਲ ਨਾਮ ਧਨ ਹੋਵੇ ਫਿਰ ਤਾਂ ਚੱਲ ਲੇਖਿਆਂ ਦੇ ਵਿੱਚ ਛੁਟਕਾਰਾ ਮਿਲ ਜਾਵੇ, ਫਿਰ ਤਾਂ ਪਰਲੋਕ ਦਾ ਪੈਂਡਾ ਵੀ ਸੌਖਾ ਹੋ ਜਾਵੇ। ਜੇ ਨਾਮ ਧਨ ਕੋਲ ਨਹੀਂ ਹੈ ਕੀ ਕਰੇਗਾ? ਕਿੱਦਾਂ ਸਫ਼ਰ ਕਰੇਗਾ? ਕਿੱਦਾਂ ਲੇਖਾ ਤੇਰਾ ਖਤਮ ਹੋਵੇਗਾ? ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਜਿਹੜੇ ਗਿਆਨੀ ਹੁੰਦੇ ਨੇ ਉਹ ਆਪਣੇ ਜੀਵਨ ਦੇ ਪ੍ਰਤੀ ਬੜੇ ਚਿੰਤਤ ਹੁੰਦੇ ਨੇ।
ਜਾਗਰੂਕ ਹੁੰਦੇ ਨੇ, ਅੰਦਰੋਂ ਜਾਗੇ ਹੋਏ ਹੁੰਦੇ ਨੇ। ਉਹਨਾਂ ਨੂੰ ਪਤਾ ਹੈ ਵੀ ਜਦੋਂ ਇਹ ਸੰਸਾਰ ਛੱਡਣਾ ਤਾਂ ਅਗਲੇ ਦੇਸ਼ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਹੋ ਜਾਣਾ। ਤੋ ਅਗਲਾ ਜਿਹੜਾ ਦੇਸ਼ ਹੈ ਉੱਥੇ ਨਾਮ ਧਨ ਚੱਲਦਾ ਹੈ, ਉੱਥੇ ਦੁਨਿਆਵੀ ਧਨ ਨਹੀਂ ਚੱਲਦਾ। ਇਸ ਕਰਕੇ ਗਿਆਨੀ ਚੇਤੰਨ ਹੁੰਦੇ ਨੇ, ਉਹ ਫਿਰ ਲੱਗੇ ਰਹਿੰਦੇ ਨੇ ਨਾਮ ਧਨ ਵਾਸਤੇ ਵੀ। ਬਾਣੀ ਪੜ੍ਹੀ ਜਾਣੀ, ਸਿਮਰਨ ਕਰੀ ਜਾਣਾ, ਸੇਵਾ ਕਰੀ ਜਾਣੀ, ਪਰਉਪਕਾਰ ਕਰਨੇ, ਮਾੜਾ ਕੰਮ ਕਰਨਾ ਨਹੀਂ ਕੋਈ। ਵੀ ਇਸ ਚੀਜ਼ ਦਾ ਫਿਕਰ ਹੈ ਭਾਈ ਜਦੋਂ ਪਰਲੋਕ ਜਾਣਾ ਕਿਤੇ ਉਸ ਵੇਲਾ ਸਾਨੂੰ ਤੰਗੀ ਨਾ ਹੋਵੇ। ਸੋ ਇਹ ਚੇਤੰਨ ਹੁੰਦੇ ਨੇ। ਅਸਲ 'ਚ ਗਿਆਨੀ ਉਹ ਹੈ ਜਿਹਨੂੰ ਪਰਲੋਕ ਦਾ ਫਿਕਰ ਹੈ। ਜਿਹਨੂੰ ਪਰਲੋਕ ਦਾ ਹੀ ਫਿਕਰ ਨਹੀਂ ਅਤੇ ਉਹ ਗਿਆਨੀ ਨਹੀਂ, ਉਹਨੂੰ ਮਹਾਰਾਜ ਨੇ ਅਗਿਆਨੀ ਕਹਿ ਦਿੱਤਾ। ਜਿਹੜਾ ਇਸ ਸੰਸਾਰ ਨੂੰ ਸੱਤ ਮੰਨਦਾ, ਪਰਲੋਕ ਨੂੰ ਝੂਠ ਮੰਨਦਾ, ਉਹ ਅਗਿਆਨੀ ਹੈ। ਉਹ ਫਿਰ ਸੋ ਅੰਨ੍ਹਿਆਂ ਵਾਲੇ ਕੰਮ ਕਰਦਾ, ਅੰਨ੍ਹਿਆਂ ਵਾਲੇ ਅੰਧ ਕਮਾਏ। ਜਿਹੜਾ ਕੰਮ ਨਹੀਂ ਕਰਨੇ ਵਾਲਾ ਉਹਨੂੰ ਕਰਦਾ, ਜਿਹੜਾ ਕੰਮ ਕਰਨੇ ਵਾਲਾ ਉਹਨੂੰ ਕਰਦਾ ਨਹੀਂ। ਜਿੱਥੇ ਨਹੀਂ ਜਾਣਾ ਉੱਥੇ ਜਾਂਦਾ, ਜਿੱਥੇ ਜਾਣਾ ਉੱਥੇ ਜਾਂਦਾ ਨਹੀਂ। ਮਤਲਬ ਅੰਨ੍ਹਿਆਂ ਵਾਲੇ ਕੰਮ। ਅੰਨਾ ਜਿੱਦਾਂ ਸੋ ਠੇਡੇ ਖਾਂਦਾ ਵਾਰ ਵਾਰ, ਰਾਸਤੇ ਦਾ ਪਤਾ ਨਹੀਂ ਲੱਗਦਾ, ਮਾਰਗ ਤੋਂ ਭਟਕਿਆ ਹੁੰਦਾ, ਟੋਏ ਟਿੱਬਿਆਂ 'ਚ ਕਿਤੇ ਡਿੱਗ ਜਾਂਦਾ। ਸੋ ਇਸੇ ਤਰ੍ਹਾਂ ਜਿਹੜਾ ਭਾਈ ਬੰਦਗੀ ਤੋਂ ਬਿਨਾਂ, ਜਿਸ ਨੇ ਪਰਲੋਕ ਨੂੰ ਸੱਤ ਨਹੀਂ ਮੰਨਿਆ, ਮੌਤ ਨੂੰ ਸੱਤ ਨਹੀਂ ਮੰਨਿਆ, ਅਤੇ ਉਹ ਫਿਰ ਇਸ ਸੰਸਾਰ ਦੇ ਵਿੱਚ ਠੇਡੇ ਬੜੇ ਖਾਂਦਾ, ਕਦੀ ਕਿਤੇ ਕਦੀ ਕਿਤੇ ਡਿੱਗਦਾ ਢਹਿੰਦਾ। ਸੋ ਬੜੀ ਉਹਦੀ ਮੰਦੀ ਹਾਲਤ ਹੁੰਦੀ ਹੈ। ਅਤੇ ਅੰਧ ਕਮਾਏ, ਕੋਈ ਵੀ ਉਹਦਾ ਕੰਮ ਸਿਰੇ ਨਹੀਂ ਚੜ੍ਹਦਾ, ਕੋਈ ਵੀ ਕੰਮ ਉਹਦਾ ਸਿਰੇ ਨਹੀਂ ਚੜ੍ਹਦਾ। ਫਿਰ ਕਦੀ ਕਿਸੇ ਤੋਂ ਪੁੱਛਦਾ, ਕਦੀ ਕਿਸੇ ਤੋਂ ਪੁੱਛਦਾ। ਜਿਨ੍ਹਾਂ ਤੋਂ ਪੁੱਛਦਾ ਉਹ ਵੀ ਅੰਨੇ ਨੇ, ਉਹ ਕੀ ਦੱਸ ਸਕਦੇ ਨੇ। ਕੋਈ ਅੱਖ ਵਾਲਾ ਹੋਵੇ, ਕੋਈ ਗਿਆਨੀ ਹੋਵੇ, ਕਿਸੇ ਗਿਆਨੀ ਤੋਂ ਪੁੱਛ। ਜਿਹੜਾ ਬ੍ਰਹਮ ਵੇਤਾ ਉਹਨੂੰ ਪੁੱਛ, ਦੱਸੂਗਾ ਭਾਈ, ਤੈਨੂੰ ਮਾਰਗ 'ਤੇ ਵੀ ਪਾ ਦੂਗਾ। ਸੰਸਾਰ ਤਾਂ ਹੈ ਹੀ ਸਾਰਾ ਅੰਨਿਆਂ ਦਾ, ਇਹਨਾਂ 'ਚ ਤੈਨੂੰ ਕੌਣ ਮਾਰਗ 'ਤੇ ਪਾਵੇਗਾ। ਨਾਨਕ ਇੱਥੈ ਕਮਾਵੈ ਸੋ ਮਿਲੈ, ਅੱਗੇ ਪਾਏ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਭਾਈ ਜੋ ਇੱਥੇ ਤੁਸੀਂ ਕਮਾਉਣਾ ਹੈ ਨਾ, ਉਹ ਹੀ ਅੱਗੇ ਮਿਲਣਾ ਕਹਿੰਦੇ। ਵਿਸ਼ੇਸ਼ ਕਰਕੇ ਜਿਹੜਾ ਵੀ ਕੰਮ ਕਰਨਾ ਸੋਚ ਸਮਝ ਕੇ ਕਰੋ। ਚੰਗਾ ਕਰੋਗੇ ਅੱਗੇ ਚੰਗਾ ਹੋਵੇਗਾ, ਇੱਥੇ ਮਾੜਾ ਕਰੋਗੇ ਅੱਗੇ ਇੱਦੋਂ ਵੀ ਵੱਧ ਮਾੜਾ ਹੋਵੇਗਾ। ਸੋ ਨਾ ਤਾਂ ਕਿਸੇ ਨੂੰ ਮਾੜਾ ਬੋਲਣਾ, ਅਤੇ ਨਾ ਹੱਥਾਂ ਪੈਰਾਂ ਕਰਕੇ ਮਾੜਾ ਕਰਨਾ, ਨਾ ਅੱਖਾਂ ਦੇ ਨਾਲ ਮਾੜਾ ਵੇਖਣਾ, ਨਾ ਕੰਨਾਂ ਨਾਲ ਮਾੜਾ ਸੁਣਨਾ। ਫਿਰ ਤਾਂ ਦਰਗਾਹ ਦੇ ਵਿੱਚ ਆਨੰਦ ਹੀ ਆਨੰਦ ਹੈ। ਅਤੇ ਜੇ ਭਾਈ ਆਪਣੇ ਕਰਮ ਇੰਦਰੀਆਂ ਨਾਲ ਅਤੇ ਗਿਆਨ ਇੰਦਰੀਆਂ ਨਾਲ ਮਾੜਾ ਕਰਦਾ ਰਿਹਾ, ਅਤੇ ਫਿਰ ਦਰਗਾਹ ਦੇ ਵਿੱਚ ਫਿਰ ਪਤਾ ਲੱਗਣਾ ਜਦੋਂ ਉਹਦੀ ਸਜ਼ਾ ਭੁਗਤਣੀ ਪੈਣੀ ਹੈ। ਮਹੱਲਾ ਤੀਜਾ। ਧੁਰ ਖਸਮੈ ਕਾ ਹੁਕਮ ਪਿਆ, ਬਿਨ ਸਤਿਗੁਰ ਚਿਤਿਆ ਨਾ ਜਾਏ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਹੁਕਮ ਹੈ ਵੀ ਸਤਿਗੁਰ ਤੋਂ ਬਿਨਾਂ ਰੱਬ ਨਹੀਂ ਚੇਤੇ ਹੁੰਦਾ। ਇਸ ਕਰਕੇ ਸਤਿਗੁਰ ਦੀ ਭਾਲ ਕਰ, ਸਤਿਪੁਰਖਾਂ ਦੀ ਭਾਲ ਕਰ, ਮਹਾਂਪੁਰਖਾਂ ਦੀ ਭਾਲ ਕਰ। ਉਹ ਫਿਰ ਜੁਗਤੀਆਂ ਦੱਸ ਦਿੰਦੇ ਨੇ ਕਿੱਦਾਂ ਰੱਬ ਚੇਤੇ ਕਰਨਾ। ਜੁਗਤੀ ਤੋਂ ਬਿਨਾਂ ਰੱਬ ਵੀ ਨਹੀਂ ਚੇਤੇ ਹੁੰਦਾ। ਉਹਨਾਂ ਕੋਲ ਜੁਗਤੀਆਂ ਨੇ, ਸੁਭਾਵ ਸੰਗਤ ਵਿੱਚ ਬੈਠ ਕੇ ਬਾਣੀ ਦੀ ਵਿਚਾਰ ਕਰਨੀ, ਸਿਮਰਨ ਕਰਨਾ। ਸੋ ਹੋਰ ਬੜੀਆਂ ਜੁਗਤੀਆਂ ਨੇ, ਸੇਵਾ ਵਿੱਚ ਲੱਗ ਜਾਣਾ। ਇਹ ਸਾਰੀਆਂ ਜੁਗਤੀਆਂ ਤਾਂ ਹਨ। ਸੋ ਇਹਨਾਂ ਜੁਗਤੀਆਂ ਦੇ ਨਾਲ ਹੁਣ ਜਿੱਦਾਂ ਦੁੱਖ ਆ ਗਿਆ, ਵੀ ਪਰਮਾਤਮਾ ਦੇ ਕੋਲ ਵੀ ਇੱਕ ਜੁਗਤ ਆ। ਜਿਹੜਾ ਬਾਹਲਾ ਹੀ ਮੋੜ ਹੋਇਆ ਹੁੰਦਾ ਉਹਨੂੰ ਦੁੱਖ ਲਾ ਦੇਣਾ। ਰੱਬ ਨੇ ਜੁਗਤੀ ਵਰਤ ਲਈ, ਸੋ ਜੋ ਉਹਨੂੰ ਨੇੜੇ ਲੈਣ ਦਾ ਦੁੱਖ ਲਾ ਕੇ, ਇਹ ਰੱਬ ਦੀ ਵੀ ਇੱਕ ਜੁਗਤੀ। ਕਿਸੇ ਦਾ ਕਾਰਜ ਦੇ ਵਿੱਚ ਵਿਘਨ ਪੈ ਗਿਆ, ਵੀ ਰੱਬ ਦੀ ਜੁਗਤੀ ਹੈ। ਵੀ ਪਹਿਲਾਂ ਵਿਘਨ ਪਿਆ, ਬਾਅਦ 'ਚ ਕਿੱਦਾਂ ਠੀਕ ਹੋ ਗਿਆ, ਜਦੋਂ ਆਪਾਂ ਰੱਬ ਵੱਲ ਮੂੰਹ ਕੀਤਾ, ਬਾਣੀ ਪੜ੍ਹਨ ਲੱਗ ਪਏ। ਉੱਥੇ ਰੱਬ ਦੀਆਂ ਜੁਗਤੀਆਂ ਬੜੀਆਂ ਨੇ। ਸੋ ਉਹਦੇ ਕੋਲ ਇੰਨੀਆਂ ਜੁਗਤੀਆਂ ਨੇ। ਸੋ ਉਹਦੀ ਜੁਗਤੀ ਵਰਤਦਾ ਫਿਰ ਸਾਨੂੰ ਗੁਰਬਾਣੀ ਦੇ ਨਾਲ ਲਾਉਂਦਾ। ਸਤਿਗੁਰ ਚੇਤਿਆ ਨਾ ਜਾਏ। ਸੋ ਜਿੰਨਾ ਚਿਕਰ ਆਪਾਂ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, ਉਹਨਾਂ ਚਿਕਰ ਗੱਲ ਨਹੀਂ ਬਣਨੀ। ਅਤੇ ਗੁਰੂ ਤੋਂ ਬਿਨਾਂ ਰੱਬ ਚੇਤੇ ਨਹੀਂ ਆਉਂਦਾ ਜੀ। ਕਹਿੰਦੇ ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵ ਲਾਏ। ਜਿਹੜੇ ਗੁਰ ਸ਼ਬਦ ਦੁਆਰਾ ਪਰਮਾਤਮਾ ਦੇ ਨਾਲ ਜੁੜਦੇ ਨੇ, ਉਹਨਾਂ ਦੇ ਅੰਤਰ ਆਤਮੇ ਜਿਹੜਾ ਪਰਮਾਤਮਾ ਆ, ਅੰਤਰ ਆਤਮਾ ਦੀ ਵਿਚਾਰ ਚੱਲਦੀ, ਪਰਮਾਤਮਾ ਦੇ ਨਾਲ ਭਾਵ ਲਿਵ ਲੱਗੀ ਰਹਿੰਦੀ ਹੈ।
ਜਦੋਂ ਗੁਰਬਾਣੀ ਦੀ ਵਿਚਾਰ ਅੰਤਰਾਤਮੇ ਚੱਲੇ ਨਿਰੰਤਰ, ਉਹਨੂੰ ਸੋ ਗੁਰਮਤਿ ਦੀ ਲਿਵ ਤਾਂ ਇਹੋ ਹੀ ਆ। ਜੋਗੀਆਂ ਦੀ ਲਿਵ ਹੋਰ ਹੁੰਦੀ ਹੈ। ਜੋਗੀ ਤਾਂ ਨਸ਼ੇ ਕਰ ਕਰਕੇ ਵੀ ਲਿਵ ਲਾਉਂਦੇ ਨੇ, ਸੁਰਤੀ ਚੜਾ ਕੇ 10ਵੇਂ ਦੁਆਰ ਵਿੱਚ ਸਵਾਸ ਲੈ ਜਾਣੇ, ਉਹਨੂੰ ਲਿਵ ਲੱਗਣਾ ਕਹਿੰਦੇ ਆ। ਪਰ ਗੁਰਮਤਿ ਦੇ ਵਿੱਚ ਲਿਵ ਕਿਹਨੂੰ ਕਿਹਾ? ਜੋ ਯਾਦ ਹੈ, ਚੇਤੇ ਵਿੱਚ ਹੈ, ਚਿੱਤ ਨੂੰ ਕਿਹਾ ਵੀ ਯਾਦ ਵਿੱਚ ਜਦੋਂ ਪ੍ਰਮਾਤਮਾ ਰਹਿੰਦਾ ਉਹਨੂੰ ਲਿਵ ਲੱਗਣਾ ਆਖਿਆ। ਕਹਿ ਮਹਾਰਾਜ ਨੇ ਕਹਿੰਦੇ ਜਦੋਂ ਸ਼ਬਦ ਦੇ ਨਾਲ ਇਹ ਜੁੜਦਾ ਅੰਤਰ ਆਤਮੇ, ਫਿਰ ਇਹਦੀ ਜਿਹੜੀ ਲਿਵ ਆ ਉਹ ਲੱਗੀ ਰਹਿੰਦੀ, ਭਾਵ ਯਾਦ ਬਣੀ ਰਹਿੰਦੀ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਿਹੜੀ ਅੰਤਰ ਆਤਮੇ ਲਿਵ ਲੱਗਦੀ ਉਹਦਾ ਤਾਂ ਇੱਕ ਸਵਾਸ ਵੀ ਨਹੀਂ ਬਿਰਥਾ ਜਾਂਦਾ। ਉਹਦਾ ਜਦੋਂ ਯਾਦ ਅੰਦਰ ਚੱਲ ਪਏ, ਫਿਰ ਇੱਕ ਇੱਕ ਸਵਾਸ ਦੇ ਨਾਲ ਜੇ ਕਿ ਵੀ ਪਰਮਾਤਮਾ ਦਾ ਨਾਮ ਲੈਣਾ, ਉਹ ਵੀ ਗੱਲ ਖਤਮ ਹੋ ਜਾਂਦੀ, ਕਿਉਂਕਿ ਉਹਦੀ ਯਾਦ ਹੀ ਸਾਰੀ ਸੋ ਚੱਲ ਪੈਂਦੀ ਹੈ ਪਰਮਾਤਮਾ ਦੇ ਨਾਮ ਦੀ। ਉਹ ਚੇਤੇ ਵਿੱਚ ਹੈ, ਚਿੱਤ ਵਿੱਚ ਹੈ, ਯਾਦ ਵਿੱਚ ਹੈ, ਅਤੇ ਕੋਈ ਸਵਾਸ ਕਿੱਦਾਂ ਬਿਰਥਾ ਚੱਲ ਜਾਊ। ਸੋ ਜਿਹਦੀ ਲਿਵ ਜੁੜੀ ਹੋਈ ਹੁੰਦੀ ਗੁਰਮਤਿ ਵਾਲੀ, ਜਿਹਦੇ ਅੰਤਰ ਆਤਮੇ ਉਹਦੀ ਯਾਦ ਚੱਲਦੀ ਹੈ, ਉਹਦਾ ਇੱਕ ਵੀ ਸਵਾਸ ਬਿਰਥਾ ਨਹੀਂ ਜਾਂਦਾ। ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਜਿਨ੍ਹਾਂ ਨੂੰ ਜੀਵਨ ਪਦਵੀ ਮਿਲਦੀ ਹੈ ਜੀ, ਉਹਨਾਂ ਦਾ ਜੰਮਣਾ ਮਰਨਾ ਇਹ ਡਰ ਖਤਮ ਹੋ ਜਾਂਦਾ। ਜੀਵਨ ਪਦਵੀ ਕੀ ਹੈ? ਚੌਥਾ ਪਦ ਪ੍ਰਾਪਤ ਹੋ ਜਾਣਾ। ਰਾਜ ਗੁਣ, ਤਾਮ ਗੁਣ, ਸਤ ਗੁਣ, ਜਦੋਂ ਤਿੰਨਾਂ ਗੁਣਾਂ 'ਚੋਂ ਬਿਰਤੀ ਨਿਕਲ ਜਾਂਦੀ ਹੈ, ਤੁਰੀਆ ਵਿੱਚ ਜਾਂਦੀ, ਉਹਨੂੰ ਜੀਵਨ ਪਦ ਕਿਹਾ ਜਾਂਦਾ। ਇਸ ਜ਼ਿੰਦਗੀ ਦਾ ਸਭ ਤੋਂ ਉੱਪਰਲਾ ਰੁਤਬਾ ਕਿਹਨੂੰ ਮਿਲਦਾ? ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਦੇ ਅੰਦਰੋਂ ਜੰਮਣਾ ਮਰਨਾ, ਜਨਮ ਮਰਨ ਦਾ ਭਾਵ ਚਲੇ ਜਾਂਦਾ। ਨਾਨਕ ਇਹ ਮਰਤਬਾ ਤਿਸ ਨੂੰ ਦੇ, ਜਿਸ ਨੂੰ ਕਿਰਪਾ ਕਰੇ ਰਜਾਏ। ਹੁਣ ਜਿਹੜਾ ਜੀਵਨ ਪਦਵੀ ਹੈ, ਤੁਰੀਆ ਅਵਸਥਾ ਆ, ਸਾਰਿਆਂ ਨੂੰ ਥੋੜ੍ਹੀ ਮਿਲਦੀ ਹੈ। ਕਹਿੰਦੇ ਉਹਨੂੰ ਪਰਮਾਤਮਾ ਇਹ ਅਵਸਥਾ ਦਿੰਦਾ, ਸੋ ਜਿਹਦੇ 'ਤੇ ਇਹ ਰਹਿਮਤ ਹੋ ਜਾਂਦੀ ਹੈ, ਜਿਹੜਾ ਉਹਦੀ ਕਿਰਪਾ ਦੇ ਨਾਲ ਰਜਾ ਵਿੱਚ ਚੱਲਦਾ ਹੈ, ਭਾਣੇ ਵਿੱਚ ਚੱਲਦਾ ਹੈ। ਅਤੇ ਸਭ ਤੋਂ ਔਖਾ ਭਾਣੇ ਵਿੱਚ ਚੱਲਣਾ, ਅਤੇ ਜਿਹੜਾ ਭਾਣੇ ਵਿੱਚ ਚੱਲ ਪੈਂਦਾ ਉਹਦੇ ਵਾਸਤੇ ਜ਼ਿੰਦਗੀ ਸਭ ਤੋਂ ਸੌਖੀ ਹੋ ਜਾਂਦੀ ਹੈ ਜੀ। ਜਿਹੜਾ ਭਾਣੇ ਵਿੱਚ ਨਹੀਂ ਚੱਲਦਾ ਹੈ, ਉਹਦੇ ਵਾਸਤੇ ਜ਼ਿੰਦਗੀ ਬਹੁਤ ਇੱਕ ਕਠਿਨ ਹੈ। ਉਹ ਜ਼ਿੰਦਗੀ ਦੇ ਵਿੱਚ ਬੜਾ ਪਰੇਸ਼ਾਨ ਹੁੰਦਾ, ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਨਾਲ ਘਿਰ ਜਾਂਦਾ ਹੈ। ਅਤੇ ਜਿਹੜਾ ਉਹਦੀ ਰਜ਼ਾ ਦੇ ਵਿੱਚ ਆ ਜਾਂਦਾ, ਉਹਦੇ ਵਾਸਤੇ ਜ਼ਿੰਦਗੀ ਆਨੰਦਮਈ ਹੈ। ਬੜੇ ਆਨੰਦ ਦੇ ਵਿੱਚ ਆਪਣੀ ਜ਼ਿੰਦਗੀ ਉਹ ਬਤੀਤ ਕਰਦਾ। ਰਜ਼ਾ ਦੇ ਵਿੱਚ ਚੱਲਣੇ ਵਾਲਾ ਹੀ ਤੁਰੀਆ ਅਵਸਥਾ 'ਤੇ ਪਹੁੰਚਦਾ। ਜਿਹੜੇ ਰਜ਼ਾ ਵਿੱਚ ਨਹੀਂ ਹੁੰਦੇ, ਉਹ ਤਿੰਨਾਂ ਗੁਣਾਂ ਵਿੱਚ ਹੀ ਭਰਵੇਂ ਰਹਿੰਦੇ ਨੇ, ਅਤੇ ਤਿੰਨਾਂ ਗੁਣਾਂ ਕਰਕੇ ਹੀ ਜੀਓ ਮਲੀਨ ਹੁੰਦਾ। ਇਹ ਜਿਹੜਾ ਸੰਸਾਰ, ਇਹ ਜੀਓ ਸਾਡਾ ਮੈਲਾ ਹੀ ਰਹਿੰਦਾ ਜੇ ਅਸੀਂ ਤਿੰਨਾਂ ਗੁਣਾਂ ਦੇ ਵਿੱਚ ਹੈ। ਜਿਹੜਾ ਤਿੰਨਾਂ ਗੁਣਾਂ 'ਚੋਂ ਨਿਕਲ ਜਾਂਦਾ, ਸਭ ਤੋਂ ਪਹਿਲਾਂ ਉਹਦਾ ਜੀਓ ਨਿਰਮਲ ਹੁੰਦਾ, ਅੰਦਰੋਂ ਵੀ ਨਿਰਮਲ ਹੋ, ਬਾਹਰੋਂ ਵੀ ਨਿਰਮਲ ਹੋ ਜਾਂਦਾ, ਕਿਉਂਕਿ ਹੁਣ ਰਜਾ ਦੇ ਵਿੱਚ ਆ ਗਿਆ, ਉਹਨੂੰ ਇਹ ਮਰਤਬਾ ਮਿਲ ਗਿਆ, ਅਹੁਦਾ ਮਿਲ ਗਿਆ। ਪੌੜੀ ਆਪੇ ਦਾਨਾ ਬੀਨਿਆ, ਆਪੇ ਪ੍ਰਧਾਨਾ। ਪਰਮਾਤਮਾ ਪਰਮੇਸ਼ਰ ਤੋਂ ਵੱਧ ਕੇ ਕੋਈ ਦਾਨਾ ਬੀਨਾ ਨਹੀਂ ਹੋ ਸਕਦਾ, ਸਿਆਣਾ ਅਤੇ ਸਮਝਦਾਰ। ਅਸੀਂ ਸਮਝਦੇ ਵੀ ਜਿਹੜਾ ਕੋਈ ਜ਼ਿਆਦਾ ਪੜ੍ਹ ਲਿਖ ਜਾਵੇ ਵੀ ਉਹ ਸਿਆਣਾ ਸਮਝਦਾਰ ਹੋਵੇਗਾ, ਨਹੀਂ। ਪਰਮਾਤਮਾ ਦੇ ਨਾਮ ਨੂੰ ਜਪਣੇ ਵਾਲਾ, ਉਹਦੇ ਨਾਲੋਂ ਵੱਧ ਕੇ ਦਾਨਾ ਬੀਨਾ ਕਿਹੜਾ ਹੋ ਸਕਦਾ? ਜਿਹੜੇ ਉਹਦੇ ਸੰਤ ਭਗਤ ਨੇ, ਬ੍ਰਹਮ ਗਿਆਨੀ ਨੇ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੈ, ਉਹਨਾਂ ਨਾਲੋਂ ਦਾਨਾ ਬੀਨਾ ਕੌਣ ਹੋ ਸਕਦਾ? ਸੋ ਜਿਨ੍ਹਾਂ ਦੇ ਉੱਤੇ ਉਹ ਰਹਿਮਤ ਕਰਦਾ, ਅਤੇ ਉਹਨਾਂ ਨੂੰ ਉਹ ਬੜੀ ਦੂਰ ਦ੍ਰਿਸ਼ਟੀ ਦਾ ਮਾਲਕ ਬਣਾ ਦਿੰਦਾ ਹੈ। ਅਤੇ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ ਅਤੇ ਉਹ ਦਾਨੇ ਬੀਨੇ ਬਣ ਜਾਂਦੇ, ਤਾਂ ਫਿਰ ਉਹ ਕਦੀ ਹੰਕਾਰ ਵੀ ਨਹੀਂ ਕਰਦੇ। ਕਹਿੰਦੇ ਨਾ ਜੀ, ਪਰਮਾਤਮਾ ਪਰਮੇਸ਼ਰ ਤੋਂ ਵੱਧ ਕੇ ਕੋਈ ਦਾਨਾ ਬੀਨਾ ਨਹੀਂ ਹੋ ਸਕਦਾ। ਰੱਬ ਹੀ ਸਿਆਣਾ ਆ, ਰੱਬ ਹੀ ਸਮਝਦਾਰ ਆ, ਆਪੇ ਹੀ ਪ੍ਰਧਾਨਾ। ਸੋ ਉਹ ਆਪ ਹੀ ਮੁਖੀ ਹੈ, ਇਸ ਲੋਕ ਦਾ ਵੀ ਮੁਖੀ ਉਹੀ ਹੈ, ਪਰਲੋਕ ਦਾ ਵੀ ਮੁਖੀ ਉਹੀ ਹੈ। ਸੋ ਰੱਬ ਦੇ ਪਿਆਰੇ, ਭਾਵੇਂ ਸਾਰਾ ਸੰਸਾਰ ਉਹਨਾਂ ਦੇ ਅੱਗੇ ਹੱਥ ਜੋੜੇ, ਸਤਿਕਾਰ ਕਰੇ, ਰਾਜੇ ਮਹਾਰਾਜੇ ਵੀ ਉਹਦਾ ਸਤਿਕਾਰ ਕਰਨ, ਪਰ ਰੱਬ ਦੇ ਪਿਆਰੇ ਕਦੀ ਵੀ ਇਸ ਸਤਿਕਾਰ ਨੂੰ ਕਬੂਲਦੇ ਨਹੀਂ ਹੈ।
ਉਹਨਾਂ ਨੂੰ ਪਤਾ ਹੈ ਵੀ ਇਸ ਸਤਿਕਾਰ ਨੇ ਮਨ ਵਿੱਚ ਹਉਮੈ ਦੇ ਰੋਗ ਨੂੰ ਪੈਦਾ ਕਰ ਦੇਣਾ। ਇਸ ਕਰਕੇ ਉਹ ਹਰ ਵਕਤ ਉਹਨਾਂ ਦੀ ਬੇਨਤੀ ਗੁਰੂ ਦੇ ਚਰਨਾਂ ਵਿੱਚ ਇਹੀ ਹੁੰਦੀ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸੱਚੇ ਪਾਤਸ਼ਾਹ ਤੇਰੇ ਨਾਮ ਦੀ ਵਡਿਆਈ, ਮੇਰਾ ਤਾਂ ਮੈਨੂੰ ਕੌਣ ਜਾਣਦਾ, ਮੈਨੂੰ ਕੋਈ ਨਹੀਂ ਜਾਣਦਾ। ਪ੍ਰਧਾਨ ਨਹੀਂ ਕਦੀ ਹੁੰਦੇ, ਕਦੀ ਮੁਖੀ ਨਹੀਂ ਬਣਦੇ, ਕਦੀ ਅੱਗੇ ਨਹੀਂ ਆਉਂਦੇ। ਸੋ ਉਹ ਪ੍ਰਧਾਨ ਕਿਹਨੂੰ ਮੰਨਦੇ ਆ? ਅਕਾਲ ਪੁਰਖ ਨੂੰ। ਕਿਹਨੂੰ ਮੰਨਦੇ ਪ੍ਰਧਾਨ? ਸਾਧ ਸੰਗਤ। ਕਦੀ ਵੀ ਉਹ ਆਪਣੇ ਆਪ ਨੂੰ ਜਣਾਉਂਦੇ ਨਹੀਂ, ਕਦੀ ਅੱਗੇ ਨਹੀਂ ਆਉਂਦੇ। ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨ। ਅਕਾਲ ਪੁਰਖ ਜਿਹੜਾ ਉਸ ਦਾ ਕੋਈ ਚੱਕਰ ਚਿਹਨ ਨਹੀਂ ਹੈ। ਮਹਾਰਾਜ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ। ਸੋ ਕੋਈ ਚਿਹਨ ਨਹੀਂ, ਕੋਈ ਚੱਕਰ ਨਹੀਂ, ਕੋਈ ਕਾਰ ਨਹੀਂ। ਜਿੱਦਾਂ ਸਾਡੇ ਸਰੀਰ ਆ ਨਾ, ਇੱਦਾਂ ਦਾ ਉਹਦਾ ਕੋਈ ਸਰੀਰ ਨਹੀਂ ਹੈ। ਜਿੱਦਾਂ ਸਾਡੇ ਰੰਗ ਨੇ, ਇੱਦਾਂ ਦਾ ਉਹਦਾ ਕੋਈ ਰੰਗ ਨਹੀਂ ਹੈ। ਸੋ ਪਰ ਉਹਨੂੰ ਮੂਰਤ ਕਿਹਾ ਹੋਇਆ ਸੱਚੇ ਪਾਤਸ਼ਾਹ ਜੀ ਨੇ। ਇਹ ਨਹੀਂ ਕਿਹਾ ਵੀ ਜੇ ਮੂਰਤ ਨਾ ਹੁੰਦਾ ਤੇ ਮੂਲ ਮੰਤਰ ਵਿੱਚ ਮਹਾਰਾਜ ਅਕਾਲ ਮੂਰਤ ਕਿਉਂ ਲਿਖਦੇ? ਸਰੂਪ ਹੈ, ਉਹਦਾ ਰੂਪ ਹੈ। ਰੂਪ ਤੇਰਾ ਦਰਸਾਰਾ, ਤੇਰਾ ਰੂਪ ਅਗੰਮ ਹੈ, ਅਗੰਮ ਰੂਪ ਹੈ ਉਸ ਦਾ। ਅਤ ਸੁੰਦਰ, ਉਹਨੂੰ ਸੋਹਣਾ ਕਿਉਂ ਕਹਿ ਦਿੱਤਾ? ਫਿਰ ਉਹਨੂੰ ਸੋਹਣਾ ਇਸੇ ਕਰਕੇ ਕਿ ਜਦੋਂ ਰੂਪ ਹੈ। ਅਗਰ ਉਹਦਾ ਰੂਪ ਨਾ ਹੁੰਦਾ ਉਹਨੂੰ ਨਾ ਇੱਦਾਂ ਕਹਿੰਦੇ ਸੱਚੇ ਪਾਤਸ਼ਾਹ। ਉਹਦਾ ਰੂਪ ਹੈ, ਉਹਦਾ ਰੂਪ ਹੈ ਪ੍ਰਕਾਸ਼ ਜੋਤ, ਪਰ ਨਹੀਂ ਦਿਖਦਾ ਸਾਨੂੰ, ਕਿਉਂਕਿ ਉਸ ਰੂਪ ਨੇ ਜਦੋਂ ਦਿਸਣਾ ਅੰਦਰੋਂ ਦਿਸਣਾ। ਮਹਾਰਾਜ ਕਹਿੰਦੇ ਜਲ ਥਲ ਮਹੀਲ ਗੁਪਤੋ ਵਰਤੈ। ਰੱਬ ਦੇਖੋ ਵਰਤਦਾ ਤਾਂ ਪਾਣੀ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਪਤਾਲ ਵਿੱਚ ਵੀ ਹੈ, ਸਾਰਿਆਂ ਹਰ ਇੱਕ ਜਗ੍ਹਾ 'ਤੇ ਵਰਤਦਾ, ਪਰ ਗੁਪਤ ਰੂਪ ਵਿੱਚ ਵਰਤਦਾ। ਪਾਣੀ ਨੂੰ ਵੇਖੋਗੇ ਰੱਬ ਥੋੜ੍ਹੀ ਦੀਦਾ, ਪਾਣੀ ਦੀਦਾ। ਅੱਗ ਨੂੰ ਵੇਖ ਲਓ, ਰੱਬ ਥੋੜ੍ਹੀ ਦੀਦਾ, ਅੱਗ ਵਿੱਚ ਅੱਗ ਦੀਦੀ ਹੈ। ਸੋ ਆਪਾਂ ਆਕਾਸ਼ ਵੇਖ ਲਈਏ, ਆਕਾਸ਼ ਵਿੱਚ ਬੱਦਲ ਦਿਸਣਗੇ, ਸੂਰਜ ਦਿਸੇਗਾ, ਰੱਬ ਨਹੀਂ ਦੀਦਾ ਜੀ। ਧਰਤੀ ਵੇਖ ਲਓ, ਮਿੱਟੀ ਦਿਸੇਗੀ, ਬਨਸਪਤੀ ਦਿਸੇਗੀ, ਫੁੱਲ ਬੂਟੇ ਦਿਸਣਗੇ, ਰੱਬ ਨਹੀਂ ਦਿਸੇਗਾ। ਉਹ ਵਰਤਦਾ ਸਾਰਿਆਂ 'ਚ ਆ, ਪਰ ਵਰਤਦਾ ਗੁਪਤ ਰੂਪ ਦੇ ਵਿੱਚ ਹੈ। ਅਤੇ ਹੁਣ ਜੇ ਕੋਈ ਚਾਹੇ ਵੀ ਮੈਂ ਵੇਖਣਾ ਚਾਹੁੰਦਾ, ਮਹਾਰਾਜ ਨੇ ਜੁਗਤੀ ਦੱਸਦੀ, ਕਹਿੰਦੇ ਜਲ ਥਲ ਮਹੀਲ ਗੁਪਤੋ ਵਰਤੈ, ਘਟ ਭੀਤਰ ਦੇਖ ਮੁਰਾਰੀ ਜੀ। ਕਹਿੰਦੇ ਆਪਣੇ ਅੰਦਰ ਵੇਖ, ਅੰਦਰ ਵੇਖ ਕੇ ਤੇ ਤੈਨੂੰ ਫੇਰ ਦਿਸਣਾ। ਜਿਹਨੂੰ ਅੰਦਰੋਂ ਦਿਸ ਪਿਆ ਉਹਨੂੰ ਬਾਹਰੋਂ ਦਿਸਦਾ, ਜਿਹਨੂੰ ਅੰਦਰੋਂ ਨਹੀਂ ਦਿਸਿਆ ਉਹ ਬਾਹਰੋਂ ਕਿੱਦਾਂ ਦੇਖ ਲਓ। ਹੁਣ ਉਹਦਾ ਰੂਪ ਅੰਦਰੋਂ ਦਿਸਦਾ ਕਿੱਦਾਂ ਦਾ? ਉਹ ਰੂਪ ਅੰਦਰੋਂ ਉਹ ਪ੍ਰਕਾਸ਼ਮਈ ਦਿਸਦਾ, ਨਿਰਾ ਪ੍ਰਕਾਸ਼, ਨਿਰਾ ਚਾਨਣ। ਸੋ ਜਿਹਨੂੰ ਕਹਿੰਦੇ ਨਾ ਅੰਦਰ ਚਾਨਣ ਹੋ ਗਿਆ, ਭਾਵ ਪਰਮਾਤਮਾ ਪ੍ਰਗਟ ਹੋਇਆ। ਕਹਿੰਦੇ ਅੰਦਰ ਚਾਨਣ ਹੋ ਗਿਆ, ਉਹ ਪਰਮਾਤਮਾ ਦਾ ਰੂਪ ਉਹ ਦੇਖਦਾ ਪਿਆ। ਸੋ ਉਹਦਾ ਰੂਪ ਪ੍ਰਕਾਸ਼ ਹੈ। ਇਹ ਨਹੀਂ ਕਹਿ ਸਕਦੇ ਵੀ ਉਹਦਾ ਰੂਪ ਨਹੀਂ ਹੈ, ਪਰ ਰੂਪ ਦਿਖਾਲਦਾ ਕਿੱਦਾਂ? ਉਹ ਕਿੱਦਾਂ ਦਿਖਾਲਦਾ? ਮਹਾਰਾਜ ਕਹਿੰਦੇ ਆਪੇ ਲਾਏ ਧਿਆਨਾ, ਜਿਨ੍ਹਾਂ ਦਾ ਧਿਆਨ ਜੁੜ ਜਾਂਦਾ ਹੈ। ਸੋ ਭਾਵ ਇਹ ਕਹਿ ਸਕਦੇ ਵੀ ਬਿਰਤੀ ਦੇ ਨਾਲ ਵੇਖਿਆ ਜਾਂਦਾ, ਅੰਦਰਲੀਆਂ ਅੱਖਾਂ ਦੇ ਨਾਲ ਵੇਖਿਆ ਜਾਂਦਾ ਹੈ, ਬਾਹਰਲੀਆਂ ਅੱਖਾਂ ਦੇ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ। ਸੋ ਇੱਦਾਂ ਦਾ ਉਸ ਦਾ ਸਰੂਪ ਹੈ ਜਿਹਨੂੰ ਪ੍ਰਕਾਸ਼ਮਈ ਸਰੂਪ ਕਿਹਾ ਜਾਂਦਾ। ਧਿਆਨ ਦੇ ਨਾਲ ਉਹਨੂੰ ਵੇਖਿਆ ਜਾਂਦਾ, ਜਿਹੜਾ ਧਿਆਨ ਜੁੜਦਾ, ਧਿਆਨ ਲੱਗਦਾ ਜਿਸ ਦਾ, ਵੀ ਗੁਰੂ ਦਾ ਧਿਆਨ, ਸ਼ਬਦ ਦਾ ਧਿਆਨ। ਆਪੇ ਮੋਨੀ ਵਰਤਦਾ, ਆਪੇ ਕਥੈ ਗਿਆਨਾ। ਹੁਣ ਜਿਸ ਦੇ ਵਿੱਚ ਉਹਦਾ ਰੂਪ ਪ੍ਰਗਟ ਹੋ ਗਿਆ, ਉਹ ਕਈਆਂ ਵਿੱਚ ਤਾਂ ਪ੍ਰਗਟ ਹੋ ਕੇ ਮੌਨ ਹੋ ਜਾਂਦਾ। ਬੜੇ ਨੇ ਐਸੇ ਸਾਧੂ, ਜਦੋਂ ਅੰਦਰ ਚਾਨਣ ਹੋ ਗਿਆ ਚੁੱਪ ਹੀ ਕਰ ਗਏ, ਬੋਲਣਾ ਹੀ ਬੰਦ ਕਰ ਦਿੱਤਾ। ਕਹਿੰਦੇ ਕੀ ਬੋਲੀਏ, ਕੀ ਕਹੀਏ? ਅਤੇ ਉਹ ਅੰਤਰ ਆਤਮੇ ਵਿੱਚ ਆਨੰਦ ਦੇ ਵਿੱਚ ਰਹਿੰਦੇ ਨੇ, ਕਿਹਨੂੰ ਉਪਦੇਸ਼ ਦਈਏ? ਸਾਰੀ ਤਾਂ ਉਹਦੀ ਸ੍ਰਿਸ਼ਟੀ ਨਾਲ ਜਦ ਹੈ ਹੀ ਸਭ ਕੁਝ ਹੁਕਮ ਦੇ ਵਿੱਚ ਹੁੰਦਾ, ਤਾਂ ਉਪਦੇਸ਼ ਕਿਹਨੂੰ ਦਈਏ? ਜਿਹਨੂੰ ਉਹਨੇ ਬੰਦਗੀ ਵਿੱਚ ਲਾਉਣਾ ਹੈ ਉਹਨੂੰ ਸੁੱਤੇ ਨੂੰ ਵੀ ਠਾਲ ਕੇ ਲਾਉਂਦਾ, ਜਿਹਨੂੰ ਨਹੀਂ ਲਾਉਣਾ ਉਹ ਭਾਵੇਂ ਜਾਗਦਾ ਹੋਵੇ, ਉਹ ਫੇਰ ਵੀ ਨਹੀਂ ਲੱਗ ਸਕਦਾ। ਸੋ ਜਿਹਨੂੰ ਬੰਦਗੀ ਵਿੱਚ ਲਾਉਣਾ ਹੈ ਨਾ, ਹਲੂਣਾ ਦੇਂਦਾ ਉਹਨੂੰ, ਹਲੂਣਾ ਵੀ ਨਾਮ ਜਪ ਪਾਠ ਕਰ। ਅਤੇ ਜਿਹਨੂੰ ਨਹੀਂ ਲਾਉਣਾ ਫਿਰ ਉਹਨੂੰ ਉੱਤੇ ਮਾਇਆ ਦਾ ਪਰਦਾ ਪਾ ਦਿੰਦਾ। ਕਾਰੋਬਾਰ ਵੱਧ ਜਾਣਗੇ, ਮਾਣ ਸਤਿਕਾਰ ਵੱਧ ਜਾਊ,
ਅਤੇ ਧਨ ਦੌਲਤ ਦਾ ਖਿਲਾਰਾ ਹੀ ਬੜਾ ਪਾ ਦੇਣਾ ਉਹਨੇ, ਉਹਨੂੰ ਹੁਣ ਉੱਥੇ ਮਸਤ ਕਰ ਦਿੱਤਾ, ਨਸ਼ਈ ਬਣਾ ਦਿੱਤਾ। ਮਾਇਆ ਦਾ ਨਸ਼ਾ ਹੀ ਐਸਾ, ਸ਼ਰਾਬੀ ਬਣਾ ਦਿੱਤਾ। ਨਸ਼ਈ ਹੁੰਦਾ ਮਾਇਆ ਦਾ ਨਸ਼ਾ, ਜਿੱਦਾਂ ਨਸ਼ਈ ਬੰਦੇ ਨੂੰ ਕੁਝ ਨਹੀਂ ਪਤਾ ਹੁੰਦਾ। ਸੋ ਇਹੋ ਜਿਹਾ ਬੌਰਾ ਹੋ ਜਾਂਦਾ ਜਿਹੜਾ ਜਦੋਂ ਬਹੁਤ ਆਦਤ ਹੋ ਜਾਵੇ ਨਾ ਮਾਇਆ ਦੀ, ਬੌਰਾ ਹੀ ਹੋ ਜਾਂਦਾ। ਬਿਨ ਨਾਵੈ ਜਗ ਕਮਲਾ ਫਿਰੈ, ਮਾਇਆ ਦੀ ਬਹੁਤਾਵਤ ਹੈ ਇਸ ਸੰਸਾਰ ਦੇ ਵਿੱਚ, ਇਸ ਕਰਕੇ ਸਾਰਾ ਸੰਸਾਰ ਹੀ ਕਮਲਾ, ਸਾਰਾ ਸੰਸਾਰ ਮਸਤ ਹੋਇਆ ਪਿਆ ਹੈ। ਸੋ ਕਈ ਰੱਬ ਦੇ ਪਿਆਰੇ ਫਿਰ ਇਹ ਸਾਰਾ ਵਰਤਾਰਾ ਵੇਖ ਕੇ ਮੋਨੀ ਹੋ ਜਾਂਦੇ ਹੈ, ਕਹਿੰਦੇ ਵੀ ਸਾਰਾ ਕੁਛ ਉਸ ਦੇ ਹੁਕਮ ਦੇ ਵਿੱਚ ਹੈ, ਸਗਲ ਸਮੱਗਰੀ ਤੁਮਰੈ ਸੂਤਰਤਾ, ਤੇ ਸਾਰੇ ਪਦਾਰਥ ਤੇਰੇ ਹੁਕਮ ਦੇ ਵਿੱਚ ਨੇ। ਜਿਹਨੂੰ ਦੇਣਾ ਉਹਨੂੰ ਮਿਲਣਾ, ਜਿਹਨੂੰ ਨਹੀਂ ਦੇਣਾ ਉਹਨੂੰ ਨਹੀਂ ਮਿਲਣਾ। ਜਿਹਨੂੰ ਤੂੰ ਨਾਮ ਜਪਣ ਲਾਉਣਾ ਉਹਨੇ ਜਪਣਾ, ਜੇ ਤੂੰ ਨਹੀਂ ਜਪਣਾ ਉਹਨੇ ਨਹੀਂ ਜਪਣਾ। ਸੋ ਇੱਦਾਂ ਮੋਨੀ ਹੋ ਜਾਂਦੇ ਹੁੰਦੇ। ਅਤੇ ਇੱਕ ਐਸੇ ਆਪਣਾ ਨੁਕਸਾਨ ਹੋਇਆ ਵੀ ਦੇਖ ਕੇ ਮੋਨੀ, ਫਿਰ ਵੀ ਨਹੀਂ ਬੋਲਦੇ, ਕਹਿੰਦੇ ਉਹਦੀ ਰਜਾ, ਉਹਦਾ ਭਾਣਾ। ਇਹਦਾ ਮਤਲਬ ਉਹਨਾਂ ਦੇ ਅੰਦਰ ਸੱਤ ਪ੍ਰਗਟ ਹੋ ਗਿਆ ਵੀ ਸੱਚੀ ਮੋਨੀ ਬਣ ਜਾਂਦੇ। ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਕਈ ਗਿਆਨ ਕਥਨ ਕਰਦੇ ਨੇ, ਆਪੇ ਕਥੈ ਗਿਆਨਾ, ਉਹਨਾਂ ਦਾ ਗਿਆਨ ਕਥਨ ਕਰਨਾ ਹਨ। ਜਿਨ੍ਹਾਂ ਦੇ ਅੰਦਰ ਬ੍ਰਹਮ ਪ੍ਰਗਟ ਹੋ ਗਿਆ, ਉਹਨਾਂ ਦਾ ਜਿਹੜਾ ਗਿਆਨ ਕਥਨ ਕਰਨ ਦਾ ਤਰੀਕਾ ਅਤੇ ਉਹਨਾਂ ਦੇ ਗਿਆਨ ਦੇ ਵਿੱਚ ਬਾਕੀ ਗਿਆਨਾਂ ਨਾਲੋਂ ਫਰਕ ਹੁੰਦਾ, ਫਰਕ ਹੁੰਦਾ, ਬੜਾ ਭਾਰੀ ਫਰਕ ਹੁੰਦਾ। ਕਿਤੇ ਕਿਤਾਬੀ ਗਿਆਨ, ਕਿਤੇ ਹਿਰਦੇ ਦਾ ਗਿਆਨ, ਬੜਾ ਫਰਕ ਹੁੰਦਾ। ਸੋ ਜਦੋਂ ਉਹਦਾ ਪ੍ਰਕਾਸ਼ ਹੁੰਦਾ, ਕਦੀ ਜਿਹਦੇ ਅੰਦਰ ਪ੍ਰਕਾਸ਼ ਹੋ ਗਿਆ ਜਾਂ ਮੋਨੀ ਹੋ ਗਿਆ ਅਤੇ ਜਾਂ ਬਹੁਤ ਵੱਡਾ ਗਿਆਨੀ ਹੋ ਗਿਆ, ਇਹਨੂੰ ਬ੍ਰਹਮ ਦਾ ਗਿਆਨ ਕਹਿ ਦਿੰਦੇ। ਕੌੜਾ ਕਿਸੈ ਨ ਲੱਗਈ ਸਭਨਾ ਹੀ ਭਾਨਾ, ਪਰ ਇਹ ਗੱਲ ਹੈ ਰੱਬ ਕੌੜਾ ਕਿਸੇ ਨੂੰ ਨਹੀਂ ਲੱਗਦਾ, ਉਹ ਸਾਰਿਆਂ ਨੂੰ ਚੰਗਾ ਲੱਗਦਾ। ਜਿਸ ਦੇ ਅੰਦਰ ਰੱਬ ਪ੍ਰਗਟ ਹੋ ਜਾਂਦਾ, ਜੇ ਉਹ ਮੋਨੀ ਹੈ ਅਤੇ ਉਹ ਮੋਨੀ ਨਾਲ ਕੋਈ ਨਫ਼ਰਤ ਥੋੜ੍ਹੀ ਕਰਦਾ, ਉਹ ਮੋਨੀ ਵੀ ਸਾਰਿਆਂ ਨੂੰ ਪਿਆਰਾ ਲੱਗਦਾ। ਹੁਣ ਜਿਹੜਾ ਗਿਆਨੀ ਬਣ ਗਿਆ, ਜਿਹਦੇ ਅੰਦਰ ਬ੍ਰਹਮ ਗਿਆਨ ਦਾ ਕਥਨ ਕਰਦਾ, ਹੁਣ ਜੇ ਸਾਰੇ ਮੋਨੀ ਹੋ ਜਾਣ ਤਾਂ ਬ੍ਰਹਮ ਗਿਆਨ ਦੀ ਸੋਝੀ ਕੌਣ ਦੇਵੇ ਬਈ? ਇਹ ਜਿਹੜਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੌਣ ਸਮਝਾਵੇ? ਉਹ ਜਿਹੜਾ ਬ੍ਰਹਮ ਗਿਆਨ ਫਿਰ ਕਥਨ ਕਰਦਾ ਨਾ, ਉਹਦਾ ਬੋਲਣਾ ਵੀ ਕਿਸੇ ਨੂੰ ਕੌੜਾ ਨਹੀਂ ਲੱਗਦਾ। ਉਹ ਬਿਲਕੁਲ ਸੱਚੀ ਗੱਲ ਉਹਨੇ ਕਹਿ ਦੇਣੀ, ਨਹੀਂ ਕੌੜਾ ਲੱਗਦਾ। ਜਿਸ ਦੇ ਅੰਦਰ ਰੱਬ ਪ੍ਰਗਟ ਹੋ ਗਿਆ, ਚਾਹੇ ਉਹ ਮੋਨੀ ਹੋ ਗਿਆ, ਚਾਹੇ ਗਿਆਨੀ ਹੋ ਗਿਆ, ਅਤੇ ਨਾ ਮੋਨੀ ਤੋਂ ਉਹ ਦੁਖੀ ਹੁੰਦੇ ਨੇ ਅਤੇ ਨਾ ਫਿਰ ਗਿਆਨੀ ਤੋਂ ਦੁਖੀ ਹੁੰਦੇ ਨੇ, ਕੌੜੇ ਨਹੀਂ ਲੱਗਦੇ ਨੇ ਕਹਿੰਦੇ, ਕਿਉਂਕਿ ਉਹਨਾਂ ਨੂੰ ਰੱਬ ਦਾ ਨਾਮ ਨਹੀਂ ਕੌੜਾ ਲੱਗਦਾ। ਫਿਰ ਉਹਨਾਂ ਦੇ ਬੋਲ ਜਿਹੜੇ ਨੇ ਕਹਿੰਦੇ ਉਹ ਕਿੱਦਾਂ ਕੌੜੇ ਲੱਗਣ? ਨਹੀਂ ਕੌੜੇ ਲੱਗਦੇ। ਕਹਿੰਦੇ ਉਸਤਤ ਵਰਨ ਨ ਸਕੀਐ ਸਦ ਸਦ ਕੁਰਬਾਨਾ, ਜਿਨ੍ਹਾਂ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ, ਉਹ ਕਹਿੰਦੇ ਹੇ ਪ੍ਰਮਾਤਮਾ ਤੇਰੀ ਉਸਤਤੀ ਅਸੀਂ ਕਰ ਹੀ ਨਹੀਂ ਸਕਦੇ। ਇੱਕ ਜੀਵ ਹੈ, ਥੋੜ੍ਹੀ ਜਿਹੀ ਬੁੱਧ ਹੈ, ਕੀ ਤੇਰੀ ਉਸਤਤ ਬਹੁਤ ਵਿਸ਼ਾਲ ਹੈ, ਤੇਰੀ ਉਸਤਤ ਕਹਿ ਹੀ ਨਹੀਂ ਸਕਦੇ। ਅਤੇ ਬਸ ਇੰਨੀ ਗੱਲ ਹੀ ਕਹਿ ਸਕਦੇ ਵੀ ਅਸੀਂ ਤੇਰੇ ਤੋਂ, ਤੇਰੇ ਨਾਮ ਤੋਂ, ਤੇਰੇ ਚਲਤਾਂ ਤੋਂ, ਤੇਰੀ ਕਿਰਤ ਤੋਂ ਕੁਰਬਾਨ ਜਾਂਦੇ, ਅਤੇ ਕੁਰਬਾਨ ਹੀ ਜਾ ਸਕਦੇ, ਹੋਰ ਅਸੀਂ ਕੁਝ ਨਹੀਂ ਕਰ ਸਕਦੇ। ਮਹਾਰਾਜ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਬਿਹਾਗੜੇ ਦੀ ਵਾਰ ਦਾ 19ਵਾਂ ਸ਼ਬਦ ਸੰਪੂਰਨ ਹੋਇਆ ਜੀ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਬਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੈ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਸ ਸੋ ਭਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਪਰੇਸ਼ਾਨ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ
ਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆਂ। ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੈ। ਕਹਿ ਨਾਨਕ ਤੈਸ ਕੋ ਹੋਆ ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਥ। ਦਿਵਸ ਰਾਤ ਦੁਇ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮਰੀ ਕਿਰਪਾ ਮੈਂ ਸੂਖ ਕੰਧੇਰੇ। ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਸੂਤਰ ਧਾਰੀ ਤੁਮ ਤੇ ਹੋ ਆਗਿਆਕਾਰ।